I hope you all are fine. Today, again, our English class. We will continue our chapter number first, that is Tom whitewashes the fence. Dear students, ਆਪਾਂ ਕੱਲ ਆਪਣਾ ਚੈਪਟਰ ਨੰਬਰ ਫਸਟ ਜਿੱਦਾਂ ਕਿ ਆਪਾਂ ਫਸਟ ਪੇਜ ਕੰਪਲੀਟ ਕਰ ਲਿਆ ਸੀਗਾ ਅੱਜ ਆਪਾਂ ਉਸ ਨੈਕਸਟ ਚੈਪਟਰ ਨੂੰ ਕੰਟੀਨਿਊ ਕਰਾਂਗੇ. Yesterday we have talked about a boy named Tom who wanted to go to swim, but Aunt Polly ordered him to whitewash the fence. So all his plans were spoilt. So ਕੱਲ੍ਹ ਆਪਾਂ ਗੱਲ ਕੀਤੀ ਸੀ ਕਿ ਬੱਚਾ ਟੌਮ ਜੋ ਕਿ ਸੈਟਰਡੇ ਵਾਲੇ ਦਿਨ ਆਪਣੇ ਕਜ਼ਨ ਸਿਡ ਨਾਲ ਹੌਲੀਡੇ ਇੰਜੋਏ ਕਰਨਾ ਚਾਹੁੰਦਾ ਸੀ, ਬਟ ਉਸਦੀ ਆਂਟ ਪੋਲੀ ਜੋ ਕਿ ਬਹੁਤ ਹੀ ਰੂਡ ਕਿਸਮ ਦੇ ਸੀ, ਉਹਨਾਂ ਨੇ ਟੌਮ ਨੂੰ ਵਾਈਟ ਵਾਸ਼ ਕਰਨ ਲਈ ਕਿਹਾ. ਵਾਈਟ ਵਾਸ਼ ਦਾ ਮੀਨਿੰਗ ਤੁਹਾਨੂੰ ਆਪਾਂ ਕਲੀਅਰ ਕੀਤਾ ਸੀਗਾ ਕਿ ਇੱਕ ਪੇਂਟ ਟਾਈਪ ਤੁਸੀਂ ਮੰਨ ਸਕਦੇ ਹੋ. ਵਾਈਟ ਲਿਕੁਇਡ ਦੈਟ ਯੂ ਯੂਜ਼ ਫॉर ਪੇਂਟਿੰਗ ਵਾਲਸ ਹੈ ਨਾ. ਫੈਂਸ ਹੁੰਦੀ ਹੈ ਬਾਊਂਡਰੀ ਆਫ ਹਾਊਸ. ਆਪਾਂ ਕੱਲ੍ਹ ਇੱਕ ਪਿਕਚਰ ਦੇ ਜ਼ਰੀਏ ਤੁਹਾਨੂੰ ਸ਼ੋ ਕੀਤੀ ਸੀ. ਜਦੋਂ ਦੀ ਆਂਟ ਪੋਲੀ ਨੇ ਟੌਮ ਨੂੰ ਵਾਈਟ ਵਾਸ਼ਿੰਗ ਕਰਨ ਲਈ ਕਿਹਾ ਤਾਂ ਟੌਮ ਦੇ ਜਿੰਨੇ ਵੀ ਪਲਾਨਸ ਬਣੇ ਹੋਏ ਸੀ ਆਪਣੇ ਫਰੈਂਡਸ ਨਾਲ ਇੰਜੋਏ ਕਰਨ ਲਈ ਸੈਟਰਡੇ ਵਾਲੇ ਦਿਨ ਹੌਲੀਡੇ ਵਾਲੇ ਦਿਨ, ਉਹ ਸਾਰੇ ਪਲਾਨ ਉਹਦੇ ਖਰਾਬ ਹੋ ਗਏ ਕਿਉਂਕਿ ਉਹ ਆਂਟ ਪੋਲੀ ਨੂੰ ਬਿਲਕੁਲ ਵੀ ਮਨਾ ਨਹੀਂ ਕਰ ਸਕਦਾ ਸੀ. ਆਂਟ ਪੋਲੀ ਦਾ ਉਹਨੂੰ ਜਿਹੜੇ ਆਰਡਰ ਸੀਗੇ ਉਹਨੂੰ ਟੌਮ ਨੂੰ ਅਵੇ ਕਰਨੇ ਹੀ ਪੈਣੇ ਸੀ. ਠੀਕ ਹੈ, ਉਸ ਤੋਂ ਬਾਅਦ ਉਹ ਸੈਡਲੀ ਆਪਣੇ ਘਰ ਤੋਂ ਬਾਹਰ ਜਾਂਦਾ ਆ, ਦੇਖਦਾ ਹੈ ਕਿ ਜਿਹੜੀ ਫੈਂਸ ਹੈ ਉਹ ਕਾਫੀ ਲੌਂਗ ਹੈ, ਕਾਫੀ ਹਾਈ ਹੈ, ਇਸ ਨੂੰ ਪੇਂਟ ਕਰਨ ਤਾਂ ਬਹੁਤ ਜ਼ਿਆਦਾ ਟਾਈਮ ਲੱਗ ਜਾਏਗਾ, ਤਾਂ ਉਹ ਬਹੁਤ ਹੀ ਟਾਇਰਡ ਫੀਲ ਕਰਦਾ. ਸੋ ਨਾਓ ਲੈਟਸ ਸਟਾਰਟ ਅਵਰ ਚੈਪਟਰ. How long it is, Tom thought. The fence was 9 feet high and 30 yards long. ਠੀਕ ਹੈ, ਕੱਲ੍ਹ ਵਾਲਾ ਆਪਾਂ ਥੋੜ੍ਹੀ ਜਿਹੀ ਲਾਈਨ ਆਪਾਂ ਕੰਟੀਨਿਊ ਕਰਦੇ ਹਾਂ ਕਿ ਜਦੋਂ ਟੌਮ ਨੇ ਘਰ ਤੋਂ ਬਾਹਰ ਆਪਣੀ ਬਰੱਸ਼ ਲੈ ਕੇ ਆਇਆ, ਬਕਟ ਲੈ ਕੇ ਆਇਆ ਵਾਈਟ ਵਾਸ਼ ਵਾਲੀ, ਸੋ ਉਸਨੇ ਦੇਖਿਆ ਕਿ ਜਿਹੜੀ ਫੈਂਸ ਹੈ, ਜਿਹੜੀ ਬਾਊਂਡਰੀ ਹੈ, ਉਹ ਘਰ ਦੀ ਚਾਰ ਦੀਵਾਰੀ ਜਿਹੜੇ ਤੁਸੀਂ ਦੇਖ ਸਕਦੇ ਹੋ, ਤੁਸੀਂ ਪਿਕਚਰਸ ਦੇ ਵਿੱਚ ਵੀ ਦੇਖ ਸਕਦੇ ਹੋ, ਬਹੁਤ ਜ਼ਿਆਦਾ ਲੰਬੀ ਅਤੇ ਚੌੜੀ ਦਿਖਾਈ ਦੇ ਰਹੀ ਸੀ, ਜਿਸ ਨੂੰ ਕਿ ਥੋੜ੍ਹੇ ਟਾਈਮ ਦੇ ਵਿੱਚ ਵਾਈਟ ਵਾਸ਼ ਕਰਨਾ ਪੋਸੀਬਲ ਨਹੀਂ ਸੀ. ਉਸ ਤੋਂ ਬਾਅਦ ਟੌਮ ਨੇ ਕੀ ਕੀਤਾ ਆ, Tom dipped his brush in the whitewash and drew it slowly across the fence. It made a small white mark. ਫਿਰ ਟੌਮ ਨੇ ਕੀ ਕੀਤਾ, ਟੌਮ ਨੇ ਜਿਹੜਾ ਆਪਣਾ ਪੇਂਟ ਵਾਲਾ ਬਰੱਸ਼ ਸੀ, ਆਪਣੀ ਜਿਹੜੀ ਬਕਟ ਸੀ ਜਿਹਦੇ ਵਿੱਚ ਵਾਈਟ ਵਾਸ਼ ਸੀਗਾ, ਉਹਦੇ ਵਿੱਚ ਡਿਪ ਕੀਤਾ ਬਰੱਸ਼ ਨੂੰ. ਠੀਕ ਹੈ, ਤੁਸੀਂ ਬਕਟ ਦੇਖ ਸਕਦੇ ਹੋ, ਟੌਮ ਦੇ ਹੱਥ ਵਿੱਚ ਇੱਕ ਪੇਂਟ ਵਾਲਾ ਬਰੱਸ਼ ਹੈ. ਬਰੱਸ਼ ਨੂੰ ਵਾਈਟ ਵਾਸ਼ ਵਾਲੀ ਬਕਟ ਦੇ ਵਿੱਚ ਡਿਪ ਕੀਤਾ, ਜਿਹੜੀ ਫੈਂਸ ਸੀ ਉਹਦੇ ਉੱਪਰ ਲਗਾਉਣਾ ਸ਼ੁਰੂ ਕਰ ਦਿੱਤਾ. ਉਸ ਨੂੰ ਇੱਕ ਇੱਦਾਂ ਦਾ ਵਾਈਟ ਸਪੋਟ ਮਤਲਬ ਕਿ ਨਜ਼ਰ ਆਇਆ. ਠੀਕ ਹੈ, ਉਸਨੇ ਫਿਰ ਅਗੇਨ ਇੱਦਾਂ ਹੀ ਸਟਾਰਟ ਕਰਨਾ ਕਰ ਦਿੱਤਾ. ਹੀ ਡਿਡ ਇਟ ਅਗੇਨ ਮਤਲਬ ਦੁਬਾਰਾ, ਡਿਡ ਮਤਲਬ ਕੀਤਾ. ਐਂਡ ਦੇਰ ਵਾਜ਼ ਅਨਦਰ ਸਮੋਲ ਵਾਈਟ ਮੌਕ. ਠੀਕ ਹੈ, ਫਿਰ ਕੀ ਕੀਤਾ ਟੌਮ ਨੇ, ਇੱਕ ਵਾਰ ਵਾਈਟ ਮੌਕ ਮਤਲਬ ਕਿ ਡਿਪ ਕੀਤਾ ਆਪਣਾ ਬਰੱਸ਼, ਉਹਨੂੰ ਫੈਂਸ 'ਤੇ ਲਗਾਇਆ, ਫਿਰ ਦੁਬਾਰਾ ਆਪਣਾ ਬਕਟ ਦੇ ਵਿੱਚ ਡਿਪ ਕੀਤਾ ਬਰੱਸ਼, ਉਹਨੂੰ ਫੈਂਸ 'ਤੇ ਲਗਾਇਆ, ਤਾਂ ਇੱਦਾਂ ਦਾ ਇੱਕ ਵਾਈਟ ਮਾਰਕ ਬਣ ਗਿਆ. ਟੌਮ ਸੈਟ ਡਾਊਨ ਵੀਅਰਲੀ. It looked as though it would take the whole day and perhaps even the night to finish the work. ਠੀਕ ਹੈ, ਟੌਮ ਨੇ ਕੀ ਆਪਣਾ ਮਤਲਬ ਬਰੱਸ਼ ਨੂੰ ਡਿਪ ਕਰਨ ਤੋਂ ਬਾਅਦ ਦੇਖਿਆ ਕਿ ਤਾਂ ਥੋੜ੍ਹਾ ਹੋ ਰਿਹਾ ਹੈ, ਬਿਲਕੁਲ ਹੀ ਥੋੜ੍ਹਾ ਸਪੋਟ ਬਣ ਰਿਹਾ, ਜਲਦੀ ਨਾਲ ਪੇਂਟ ਨਹੀਂ ਹੋ ਰਿਹਾ, ਤਾਂ ਵੀਅਰਲੀ ਮਤਲਬ ਟਾਇਰਡ ਹੋ ਗਿਆ, ਥੱਕ ਗਿਆ, ਬੈਠ ਗਿਆ, ਸਿਟ ਡਾਊਨ ਹੋ ਗਿਆ. ਠੀਕ ਹੈ, ਉਹਨੂੰ ਇੱਦਾਂ ਲੱਗਦਾ ਸੀਗਾ ਕਿ ਉਹਨੂੰ ਫੈਂਸ ਨੂੰ ਕੰਪਲੀਟ ਕਰਨ ਲਈ, ਇਸ ਫੈਂਸ ਨੂੰ ਕੰਪਲੀਟ ਪੇਂਟ ਕਰਨ ਲਈ ਪੂਰਾ ਦਿਨ ਹੀ ਨਹੀਂ, ਹੋਲ ਡੇ ਮਤਲਬ ਪੂਰਾ ਦਿਨ ਕੰਪਲੀਟਲੀ. ਠੀਕ ਹੈ, ਈਵਨ ਦਾ ਨਾਈਟ ਮਤਲਬ ਨਾਈਟ ਵੀ ਉਹਨੂੰ ਮਤਲਬ ਕਿ ਲਗਾਉਣੀ ਪਏਗੀ ਇਸ ਕੰਮ ਨੂੰ ਫਿਨਿਸ਼ ਕਰਨ ਲਈ. ਕਿਹੜਾ ਕੰਮ ਫਿਨਿਸ਼ ਕਰਨ ਲਈ ਪੁੱਤਰ ਜੀ? ਇਸ ਜਿਹੜੀ ਫੈਂਸ ਸੀਗੀ ਉਹਨੂੰ ਵਾਈਟ ਵਾਸ਼ ਕਰਨ ਲਈ, ਉਹਨੂੰ ਕੰਪਲੀਟ ਹੋਲ ਡੇ ਐਂਡ ਮੇ ਬੀ ਨਾਈਟ ਵੀ ਲੱਗ ਸਕਦੀ ਹੈ ਉਹਨੂੰ ਪੇਂਟ ਕਰਨ ਲਈ. ਸਡਨਲੀ ਹੀ ਸੌ ਜਿਮ. ਨੈਕਸਟ ਕੀ ਹੋਇਆ? ਸਡਨਲੀ ਮਤਲਬ ਅਚਾਨਕ ਹੀ ਉਹਨੇ ਕੀ ਦੇਖਿਆ? ਜਿਮ, ਇੱਕ ਪਰਸਨ ਦਾ ਨਾਮ ਆ, ਬੋਏ ਦਾ ਨਾਮ ਆ. ਦ ਬੋਏ ਹੂ ਹੈਲਪਡ ਹਿਜ਼ ਆਂਟ ਵਿਦ ਅ ਟਫਰ ਜੋਬ ਇਨ ਦੀ ਹਾਊਸ. ਮਤਲਬ ਕਿ ਜਿਮ ਸੀਗਾ ਜਿਹੜਾ ਆਪਣਾ ਮਤਲਬ ਕਿ ਜੋਬ 'ਚ ਹੈਲਪ ਕਰ ਰਿਹਾ ਸੀਗਾ ਆਪਣੀ ਆਂਟ ਦੀ ਘਰ ਦੇ ਵਿੱਚ. ਹੁਣ ਕਿਹੜੀ ਹੈਲਪ ਕਰ ਰਿਹਾ ਸੀ ਆਪਾਂ ਉਹਦੇ ਬਾਰੇ ਗੱਲ ਕਰਾਂਗੇ. ਹੀ ਵਾਜ਼ ਕੈਰਿੰਗ ਅ ਬਕਟ. ਠੀਕ ਹੈ, ਉਹਦੇ ਹੱਥ 'ਚ ਕੀ ਸੀਗਾ? ਇੱਕ ਬਕਟ ਸੀ. ਵਾਜ਼ ਕੈਰਿੰਗ ਅ ਬਕਟ ਟੂ ਫੈਚ ਵਾਟਰ. ਫੈਚ ਮਤਲਬ ਬ੍ਰਿੰਗ. ਠੀਕ ਆ, ਲੈ ਕੇ ਆਉਣਾ, ਕਿਸੇ ਜਗ੍ਹਾ 'ਤੇ ਜਾ ਕੇ ਲੈ ਕੇ ਆਉਣਾ. ਕੀ ਲੈ ਕੇ ਆ ਰਿਹਾ ਸੀ? ਵਾਟਰ ਫਰੋਮ ਬਲੇਜ ਪੰਪ. ਠੀਕ ਹੈ, ਆਪਾਂ ਅਨਦਰ ਨੇਮ ਆਪਾਂ ਪਹਿਲਾਂ ਗੱਲ ਕੀਤੀ ਸੀ 2 ਪਰਸਨਸ ਦੀ, ਆਪਾਂ 3 ਕਰੈਕਟਰਸ ਦੀ ਗੱਲ ਕਰ ਚੁੱਕੇ ਹਾਂ. ਟੌਮ, ਹਿਜ਼ ਕਜ਼ਨ ਸਿਡ ਐਂਡ ਹਿਜ਼ ਆਂਟ ਪੋਲੀ.
ਠੀਕ ਹੈ। ਨੈਕਸਟ ਜਿਹੜਾ ਆਪਣਾ ਨੇਮ ਹੈ ਉਹ ਹੈਗੇ ਜੀ ਜਿਮ, ਜਿਹੜਾ ਕਿ ਆਪਣੀ ਆਂਟ ਪੋਲੀ ਦੀ ਹੈਲਪ ਕਰ ਰਿਹਾ ਸੀਗਾ ਘਰ ਵਿੱਚ ਜਿਹੜੇ ਜੋਬਸ ਕੰਮ ਕਰਨ ਲਈ, ਜਿਹੜੇ ਥੋੜ੍ਹੇ ਜ਼ਿਆਦਾ ਮਿਹਨਤ ਵਾਲੇ ਕੰਮ ਸੀ ਉਹਨਾਂ 'ਚ ਹੈਲਪ ਕਰ ਰਿਹਾ ਸੀਗਾ। ਕੀ ਕੰਮ ਕਰ ਰਿਹਾ ਸੀਗਾ, ਉਹਦੇ ਹੱਥ 'ਚ ਇੱਕ ਬਕਟ ਸੀਗੀ ਅਤੇ ਉਹ ਫੈਚ ਕਰ ਰਿਹਾ ਸੀਗਾ ਵਾਟਰ ਨੂੰ, ਉੱਥੇ ਜਾ ਕੇ ਵਿਲੇਜ ਵਾਲੇ ਪੰਪ ਤੋਂ ਠੀਕ ਹੈ ਪਾਣੀ ਭਰ ਕੇ ਲੈ ਕੇ ਆਉਂਦਾ ਸੀ। ਜਿਮ, ਲੈਟ ਮੀ ਫਿਚ ਦ ਵਾਟਰ ਵਾਲ ਯੂ ਵਾਈਟ ਵਾਸ਼ ਦ ਫੈਂਸ। ਠੀਕ ਹੈ, ਟੌਮ ਨੇ ਜਿਮ ਨੂੰ ਕੁਛ ਕਿਹਾ, ਕੀ ਕਿਹਾ, ਜਿਮ ਮੈਂ ਪਾਣੀ ਲੈ ਕੇ ਆਉਂਦਾ ਆ, ਤੁਸੀਂ ਕੀ ਕਰੋ, ਜਿਹੜਾ ਵਾਈਟ ਵਾਸ਼ ਕਰੋ। ਵਾਈਟ ਵਾਸ਼ ਕਿਹਨੂੰ ਕਰਨਾ, ਫੈਂਸ ਨੂੰ ਵਾਈਟ ਵਾਸ਼ ਕਰਨਾ। ਆਈ ਵਿਲ ਗਿਵ ਯੂ ਅ ਮਾਰਬਲ, ਮੈਂ ਤੁਹਾਨੂੰ ਇੱਕ ਮਾਰਬਲ ਦਊਂਗਾ, ਮਤਲਬ ਕਿ ਇੱਕ ਪੱਥਰ ਦਾ ਟੁਕੜਾ ਦਊਂਗਾ। ਠੀਕ ਹੈ, ਛੋਟਾ ਜਿਹੜਾ ਹੁੰਦਾ ਹੈ। ਉਹਨਾਂ ਨੇ ਟੌਮ ਨੇ ਜਿਮ ਨੂੰ ਇਹ ਕਿਹਾ ਕਿ ਅਗਰ ਤੂੰ ਮੇਰਾ ਵਾਲਾ ਕੰਮ ਕਰੇਂਗਾ ਮੈਂ ਤੇਰੇ ਵਾਲਾ ਕੰਮ ਕਰ ਲੈਣਾ। ਤੁਸੀਂ ਮੇਰੀ ਜਿਮ ਨੂੰ ਕਿਹਾ ਕਿ ਤੁਸੀਂ ਜਿਹੜੀ ਵਾਈਟ ਵਾਸ਼ਿੰਗ ਕਰ ਲਓ, ਫੈਂਸ ਵਾਈਟ ਵਾਸ਼ ਕਰ ਲਓ। ਠੀਕ ਹੈ, ਮੈਂ ਕੀ ਕਰ ਲੈਣਾ, ਪਾਣੀ ਫੈਚ ਕਰ ਲੈਣਾ, ਤੈਨੂੰ ਇਹਦੇ ਬਦਲੇ ਮੈਂ ਤੈਨੂੰ ਇੱਕ ਮਾਰਬਲ ਦਊਂਗਾ। ਇਫ ਯੂ ਲੈਟ ਮੀ ਡੂ ਇਟ, ਜੇ ਤੁਸੀਂ ਮੈਨੂੰ ਇੱਦਾਂ ਕਰਨ ਦਿੱਤਾ। ਟੌਮ ਸੈਡ, ਟੌਮ ਨੇ ਕਿਹਾ। ਬਿਫੋਰ ਜਿਮ ਕੁਡ ਰਿਪਲਾਈ ਹੀ ਵਾਜ਼ ਸਪੋਟਡ ਬਾਈ ਆਂਟ ਪੋਲੀ ਐਂਡ ਵੈਂਟ ਔਨ ਹਿਜ਼ ਵੇ। ਮਤਲਬ ਜਦੋਂ ਹੀ ਜਿਹੜਾ ਜਿਮ ਸੀਗਾ ਉਹ ਟੌਮ ਦੀ ਇਸ ਗੱਲ ਨੂੰ, ਮਤਲਬ ਜਿਹੜੀ ਗੱਲ ਉਹਨੇ ਕੁਐਸਚਨ ਉਹਨੇ ਜਿਮ ਨੂੰ ਪੁੱਛਿਆ ਸੀ ਉਹਦਾ ਆਨਸਰ ਦੇਣਾ ਚਾਹੁੰਦਾ ਸੀ, ਉਸ ਤੋਂ ਪਹਿਲਾਂ ਹੀ ਆਂਟ ਪੋਲੀ ਨੇ ਉਹਨੂੰ ਬੁਲਾ ਲਿਆ ਅਤੇ ਉਹ ਜਲਦੀ ਜਲਦੀ ਦੌੜ ਕੇ ਆਂਟ ਪੋਲੀ ਦੇ ਕੋਲ ਜਿਹੜਾ ਰਸਤਾ ਸੀਗਾ ਉਹਦੇ 'ਚ ਚਲਾ ਗਿਆ। ਟੌਮ ਪਿਕਡ ਅਪ ਦ ਬਰਸ਼ ਐਂਡ ਸਟਾਰਟਡ ਵਰਕਿੰਗ। ਓਬੀਅਸਲੀ ਕਿਉਂਕਿ ਜਿਮ ਹੁਣ ਉਹਦੀ ਕਹੀ ਹੋਈ ਗੱਲ ਨਹੀਂ ਮੰਨ ਰਿਹਾ ਸੀਗਾ। ਆਂਟ ਪੋਲੀ ਨੇ ਜਿਮ ਨੂੰ ਬੁਲਾ ਲਿਆ ਸੀਗਾ, ਜਿਮ ਜਲਦੀ ਜਲਦੀ ਆਂਟ ਪੋਲੀ ਕੋਲ ਚਲਾ ਗਿਆ ਤਾਂ ਹੁਣ ਉਹਦੇ ਕੋਲ ਟੌਮ ਕੋਲ ਕੋਈ ਵੇ ਨਹੀਂ ਸੀਗਾ ਅਦਰ ਐਕਸਕਿਊਜ਼ ਦਾ। ਫਿਰ ਟੌਮ ਨੇ ਕੀ ਕੀਤਾ, ਆਪਣਾ ਜਿਹੜਾ ਪਿਕਡ ਅਪ ਮਤਲਬ ਆਪਣਾ ਦੁਬਾਰਾ ਜਿਹੜਾ ਬਰਸ਼ ਉਠਾਇਆ ਐਂਡ ਸਟਾਰਟਡ ਵਰਕਿੰਗ, ਅਤੇ ਦੁਬਾਰਾ ਆਪਣੇ ਕੰਮ 'ਤੇ ਲੱਗ ਗਿਆ। ਸਟਾਰਟਡ ਵਰਕਿੰਗ ਹਾਰਡ ਬਟ ਕੁਡ ਨਾਟ ਡੂ ਇਟ ਫੋਰ ਲੌਂਗ, ਮਤਲਬ ਕਿ ਉਹਨੇ ਕਿਹਾ ਕਿ ਮੈਂ ਜਲਦੀ ਜਲਦੀ ਕੰਮ ਕੰਪਲੀਟ ਕਰ ਲੈਣਾ, ਜਲਦੀ ਜਲਦੀ ਕੰਮ ਕੰਪਲੀਟ ਕਰਨ ਤੋਂ ਬਾਅਦ ਮੈਂ ਸਵਿਮਿੰਗ ਲਈ ਜਾਵਾਂਗਾ। ਬਟ ਉਹਨੇ ਬਹੁਤ ਕੋਸ਼ਿਸ਼ ਕੀਤੀ, ਬਹੁਤ ਹਾਰਡ ਵਰਕ ਕੀਤਾ ਜਲਦੀ ਕਰ ਲਏ, ਬਟ ਉਹ ਜ਼ਿਆਦਾ ਦੇਰ ਤੱਕ ਇੱਦਾਂ ਨਹੀਂ ਕਰ ਪਾਇਆ। ਹੀ ਫੈਲਟ ਟਾਇਰਡ ਐਂਡ ਬੋਰਡ। ਠੀਕ ਹੈ, ਟਾਇਰਡ ਮਤਲਬ ਥੱਕ ਜਾਣਾ, ਬੋਰਡ ਮਤਲਬ ਬੋਰ ਹੋ ਗਿਆ ਉਹ ਚੀਜ਼ ਤੋਂ। ਜਿੱਦਾਂ ਆਪਾਂ ਵੀ ਤੁਸੀਂ ਵਰਡ ਯੂਜ਼ ਕਰ ਸਕਦੇ ਹੋ, ਕਿਸੇ ਚੀਜ਼ ਤੋਂ ਬੋਰ ਹੋ ਜਾਂਦੇ ਹੋ ਤਾਂ ਬੋਰਡ ਮਤਲਬ ਤੁਸੀਂ ਵਰਡ ਯੂਜ਼ ਕਰ ਸਕਦੇ ਹੋ। ਟਾਇਰਡ ਆਪਣੀ ਲੈਂਗੁਏਜ ਦੇ ਵਿੱਚ, ਡੇਲੀ ਲੈਂਗੁਏਜ ਦੇ ਵਿੱਚ ਯੂਜ਼ ਕਰ ਲੈਂਦੇ ਹੋ ਜਦੋਂ ਤੁਸੀਂ ਥੱਕ ਜਾਂਦੇ ਹੋ ਕਿਸੇ ਕੰਮ ਨੂੰ ਲੈ ਕੇ। ਠੀਕ ਹੈ, ਟੌਮ ਨੇ ਸੋਚਿਆ ਸੀ ਕਿ ਮੈਂ ਜਲਦੀ ਜਲਦੀ ਕਰਕੇ ਜਿਹੜੀ ਵਾਈਟ ਵਾਸ਼ਿੰਗ ਆ, ਫੈਂਸ ਆ ਜਿਹੜੀ ਕੰਪਲੀਟ ਵਾਈਟ ਕਰ ਦੇਵਾਂਗਾ, ਬਟ ਉਹ ਕਾਫੀ ਟਾਈਮ ਤੱਕ ਇਹਨੂੰ ਕੰਪਲੀਟ ਨਹੀਂ ਕਰ ਪਾਇਆ। ਥੱਕ ਚੁੱਕਾ ਸੀ ਉਹ ਅਤੇ ਬੋਰ ਵੀ ਹੋ ਚੁੱਕਿਆ ਸੀ ਕੰਮ ਕਰਕੇ। ਨੈਕਸਟ, ਆਫਟਰ ਸਮ ਟਾਈਮ, ਹੁਣ ਕੀ ਹੋਇਆ ਥੋੜ੍ਹੇ ਟਾਈਮ ਬਾਅਦ, ਆਫਟਰ ਸਮ ਟਾਈਮ ਥੋੜ੍ਹੇ ਟਾਈਮ ਬਾਅਦ, ਹੀ ਸਾw ਹਿਜ਼ ਫਰੈਂਡ ਬੈਨ ਰੋਬਰਸ ਕਮਿੰਗ ਅਲੋਂਗ ਦ ਸਟਰੀਟ। ਠੀਕ ਹੈ, ਉਹਨੇ ਕੀ ਦੇਖਿਆ, ਉਹਦਾ ਇੱਕ ਫਰੈਂਡ ਅਨਦਰ ਨੇਮ, ਠੀਕ ਹੈ, ਅਨਦਰ ਨੇਮ ਬੈਨ ਰੋਬਰਸ। ਉਹਨੇ ਕੀ ਸੀਗਾ, ਇਹ ਟੌਮ ਦਾ ਫਰੈਂਡ ਸੀਗਾ। ਕੀ ਦੇਖਿਆ ਉਹਨੇ, ਕਮਿੰਗ ਅਲੋਂਗ ਦ ਸਟਰੀਟ ਮਤਲਬ ਸਟਰੀਟ ਦੇ ਵਿੱਚੋਂ ਆ ਰਿਹਾ ਸੀਗਾ। ਅ ਬ੍ਰਿਲੀਅੰਟ ਆਈਡੀਆ ਕੇਮ ਟੂ ਹਿਜ਼ ਮਾਈਂਡ। ਅ ਬ੍ਰਿਲੀਅੰਟ ਮੀਨਸ ਅ ਬ੍ਰਾਈਟ ਆਈਡੀਆ, ਕਲੈਵਰ ਆਈਡੀਆ ਕੇਮ ਟੂ ਹਿਜ਼ ਮਾਈਂਡ। ਠੀਕ ਹੈ, ਆਪਣੇ ਫਰੈਂਡ ਨੂੰ ਦੇਖਣ ਤੋਂ ਬਾਅਦ ਟੌਮ ਦੇ ਮਾਈਂਡ ਦੇ ਵਿੱਚ ਇੱਕ ਆਈਡੀਆ ਆਇਆ, ਬ੍ਰਿਲੀਅੰਟ ਆਈਡੀਆ, ਮਤਲਬ ਕਿ ਟੌਮ ਬਹੁਤ ਕਲੈਵਰ ਬੋਏ ਸੀਗਾ, ਉਹ ਆਪਣੇ ਕੰਮ ਨੂੰ ਚੰਗੀ ਤਰ੍ਹਾਂ ਕਰਾਉਣਾ ਜਾਣਦਾ ਸੀਗਾ। ਠੀਕ ਹੈ, ਕਿਹੜਾ ਬ੍ਰਿਲੀਅੰਟ ਆਈਡੀਆ ਆਇਆ ਆਪਾਂ ਉਹਨਾਂ ਬਾਰੇ ਰੀਡ ਕਰਾਂਗੇ। ਟੌਮ ਵਾਜ਼ ਵੈਰੀ ਕਲੈਵਰ ਐਟ ਗੈਟਿੰਗ ਵਾਟ ਹੀ ਵਾਂਟਡ। ਤੁਹਾਨੂੰ ਮੈਂ ਪਹਿਲਾਂ ਹੀ ਕਲੀਅਰ ਕਰ ਚੁੱਕੀ ਹਾਂ ਕਿ ਜਿਹੜਾ ਟੌਮ ਸੀ ਉਹ ਬਹੁਤ ਹੀ ਜ਼ਿਆਦਾ ਕਲੈਵਰ ਬੋਏ ਸੀਗਾ। ਠੀਕ ਹੈ, ਉਹ ਮਤਲਬ ਕਿ ਚਲਾਕੀ ਨਾਲ ਆਪਣੇ ਸਾਰੇ ਕੰਮ ਆਸਾਨੀ ਨਾਲ ਕਰਵਾ ਲੈਂਦਾ ਸੀ। ਉਹ ਹਰੇਕ ਆਪਣਾ ਕਲੈਵਰਨੈਸ ਯੂਜ਼ ਕਰਕੇ ਜਿਹੜਾ ਕੁਛ ਵੀ ਚਾਹੁੰਦਾ ਸੀ ਉਹ ਕਰ ਲੈਂਦਾ ਸੀ। ਹੀ ਪ੍ਰੀਟੈਂਡਡ ਨਾਟ ਟੂ ਸੀ ਬੈਨ, ਮਤਲਬ ਉਸਨੇ ਜਦੋਂ ਬੈਨ ਉਹਦੇ ਕੋਲ ਆ ਰਿਹਾ ਸੀਗਾ, ਟੌਮ ਨੇ ਦੇ ਮਾਈਂਡ ਦੇ ਵਿੱਚ ਇੱਕ ਕਲੈਵਰ ਆਈਡੀਆ ਆਇਆ। ਉਹ ਆਈਡੀਆ ਕੀ ਸੀ, ਉਹ ਆਈਡੀਆ ਉਹਨੇ ਕੰਮ ਕਰਨਾ ਸਟਾਰਟ ਕਰ ਦਿੱਤਾ ਉਸ ਆਈਡੀਆ 'ਤੇ। ਉਸਨੇ ਬੈਨ ਰੋਬਰਸ ਨੂੰ ਇੱਦਾਂ ਦਿਖਾਇਆ ਕਿ ਜਿਵੇਂ ਟੌਮ ਨੇ ਉਸਨੂੰ ਦੇਖਿਆ ਹੀ ਨਹੀਂ ਹੁੰਦਾ, ਮਤਲਬ ਕਿ ਦੇਖ ਕੇ ਅਣਦੇਖਾ ਕਰ ਦਿੱਤਾ। ਦਿਖਾਵਾ ਕੀਤਾ ਉਹਨੇ ਕਿ ਮੈਂ ਬੈਨ ਨੂੰ ਦੇਖਿਆ ਹੀ ਨਹੀਂ। ਬੈਨ ਹੂ ਵਾਜ਼ ਈਟਿੰਗ ਅ ਜੂਸੀ ਰੈਡ ਐਪਲ। ਠੀਕ ਹੈ, ਜਿਹੜਾ ਬੈਨ ਸੀਗਾ ਉਹ ਕੀ ਕਰ ਰਿਹਾ ਸੀਗਾ, ਇੱਕ ਰੈੱਡ ਕਲਰ ਦਾ ਐਪਲ ਸੀਗਾ ਉਹਦੇ ਕੋਲ, ਰੈੱਡ ਜੂਸੀ ਐਪਲ, ਉਹਨੂੰ ਈਟ ਕਰ ਰਿਹਾ ਸੀ। ਬੈਨ ਕੇਮ ਅਪ ਟੂ ਟੌਮ ਐਂਡ ਵਾਜ਼ ਸਰਪ੍ਰਾਈਜ਼ਡ ਟੂ ਸੀ ਹਿਮ ਵਾਕਿੰਗ। ਬੈਨ ਜਦੋਂ ਟੌਮ ਦੇ ਕੋਲ ਆਇਆ ਉਹ ਇੱਕਦਮ ਅਚੰਭਿਤ ਹੋ ਗਿਆ, ਹੈਰਾਨ ਹੋ ਗਿਆ ਕਿ ਟੌਮ ਅੱਜ ਹੌਲੀਡੇ ਦੇ ਡੇ ਵਾਲੇ ਦਿਨ ਕੰਮ ਕਰ ਰਿਹਾ ਹੈ। ਆਈ ਐਮ ਗੋਇੰਗ ਫੋਰ ਅ ਸਵਿਮ ਵਾਈ ਯੂ ਕਾਂਟ ਕਮ ਕੈਨ ਯੂ। ਬੈਨ ਨੇ ਉਹਨੂੰ ਪੁੱਛਿਆ, ਆਈ ਐਮ ਗੋਇੰਗ ਫੋਰ ਸਵਿਮ, ਮੈਂ ਸਵਿਮਿੰਗ ਕਰਨ ਲਈ ਜਾ ਰਿਹਾ, ਬਟ ਯੂ ਕਾਂਟ, ਬਟ ਤੂੰ ਨਹੀਂ ਜਾ ਸਕਦਾ। ਕੈਨ ਯੂ, ਕਿ ਤੂੰ ਜਾ ਸਕਦਾ ਆ। ਯੂ ਆਰ ਵਰਕਿੰਗ, ਤੁਸੀਂ ਤਾਂ ਕੰਮ ਕਰ ਰਹੇ ਹੋ ਨਾ। ਟੌਮ ਨੇ ਕਿਹਾ ਕਿ ਟੌਮ ਤਾਂ ਕੰਮ ਕਰ ਰਿਹਾ ਹੈ, ਟੌਮ ਤਾਂ ਸਵਿਮਿੰਗ ਲਈ ਨਹੀਂ ਜਾ ਸਕਦਾ, ਜਿਹੜੀ ਕਿ ਉਹਨਾਂ ਨੇ ਸੈਟਰਡੇ ਡੇ ਵਾਲੇ ਦਿਨ
ਕੀਤਾ ਸੀਗਾ, ਉਹਨਾਂ ਨੇ ਆਪਣਾ ਆਈਡੀਆ ਬਣਾਇਆ ਸੀਗਾ ਕਿ ਅਸੀਂ ਕੀ ਕਰਾਂਗੇ, ਸਵਿਮਿੰਗ ਲਈ ਜਾਵਾਂਗੇ। ਪਲਾਨ ਕੀਤਾ ਸੀ ਉਹਨਾਂ ਨੇ। ਦੇਰ ਵਾਜ਼ ਅ ਲੁੱਕ ਆਫ ਪਿਟੀ ਔਨ ਵੈਨਸ ਫੇਸ, ਮਤਲਬ ਟੋਮ ਨੂੰ ਕੰਮ ਕਰਦਿਆਂ ਦੇਖ ਕੇ ਵੈਨ ਦੇ ਫੇਸ 'ਤੇ ਉਸ ਦੇ ਲਈ ਇੱਕ ਤਰਸ ਵਾਲੀ ਫੀਲਿੰਗ ਆ ਗਈ ਕਿ ਜਿਹੜਾ ਟੋਮ ਹੈ ਉਹ ਨਹੀਂ ਜਾ ਸਕਦਾ ਨਾ, ਉਹ ਕੰਮ ਕਰੇਗਾ। ਦਿਸ ਇਜ਼ ਨਾਟ ਵਰਕ। ਜਦੋਂ ਮਤਲਬ ਕਿ ਉਹਨੇ ਇਹ ਸੋਚ ਰਿਹਾ ਸੀ, ਇੱਕ ਆਵਾਜ਼ ਆਈ, ਦਿਸ ਇਜ਼ ਨਾਟ ਵਰਕ। ਮਤਲਬ ਟੋਮ ਨੇ ਕਿਹਾ ਇਹ ਤਾਂ ਕੰਮ ਹੈ ਹੀ ਨਹੀਂ। ਵਾਈਟ ਵਾਸ਼ਿੰਗ ਇਜ਼ ਫਨ, ਵਾਈਟ ਵਾਸ਼ ਕਰਨਾ ਤਾਂ ਇੱਕ ਫਨ ਹੈ। ਦੇਖੋ ਕਲੈਵਰ ਆਈਡੀਆ ਕੀ ਸੀਗਾ, ਜਿਹੜਾ ਕੰਮ ਟੋਮ ਨੂੰ ਪਹਿਲਾਂ ਬੋਰਿੰਗ ਲੱਗ ਰਿਹਾ ਸੀ ਉਹ ਹੁਣ ਬੋਲ ਰਿਹਾ ਹੈ ਕਿ ਇਹ ਤਾਂ ਕੰਮ ਹੀ ਨਹੀਂ ਹੈ, ਤਾਂ ਫਨ ਹੈ, ਇੰਜੋਇਮੈਂਟ ਹੈ, ਮੈਨੂੰ ਤਾਂ ਆਨੰਦ ਆ ਰਿਹਾ ਇਸ ਨੂੰ ਕਰਨ ਦੇ ਵਿੱਚ। ਯੂ ਹੈਵ ਨੈਵਰ ਬੀਨ ਵਾਸ਼ ਵਾਸ਼ ਦ ਫੈਂਸ ਹੈਵ ਯੂ। ਟੋਮ ਨੂੰ ਪੁੱਛਦਾ ਹੈ ਵੈਨ ਨੂੰ ਕਿ ਤੂੰ ਕਦੇ ਵਾਈਟ ਵਾਸ਼ ਕੀਤਾ ਹੈ ਫੈਂਸ ਨੂੰ, ਕਦੇ ਪੇਂਟ ਕੀਤਾ ਹੈ ਫੈਂਸ ਨੂੰ। ਨੋ ਆਈ ਹੈਵਨਟ, ਲੈਟ ਮੀ ਵਾਸ਼ ਵਾਸ਼ ਅ ਲਿਟਲ ਟੋਮ। ਬੈਨ ਨੇ ਕੀ ਰਿਪਲਾਈ ਦਿੱਤਾ ਕਿ ਨਹੀਂ ਮੈਂ ਤਾਂ ਕਦੇ ਕੀਤਾ ਨਹੀਂ, ਮੈਨੂੰ ਵਾਈਟ ਵਾਸ਼ ਕਰਨ ਦਿਓ। ਮਤਲਬ ਟੋਮ ਦੀਆਂ ਗੱਲਾਂ ਸੁਣਨ ਤੋਂ ਬਾਅਦ ਬੈਨ ਨੂੰ ਫੀਲ ਹੋਇਆ ਕਿ ਰੀਅਲੀ ਵਾਈਟ ਵਾਸ਼ ਕਰਨਾ ਤਾਂ ਇੱਕ ਮਤਲਬ ਕਿ ਗੇਮ ਹੈ, ਇੱਕ ਫਨ ਹੈ, ਮੈਨੂੰ ਵੀ ਕਰਨਾ ਚਾਹੀਦਾ ਹੈ। ਤੁਸੀਂ ਦੇਖੋ ਬੱਚੇ, ਜਿਹੜਾ ਬੱਚਾ ਪਹਿਲਾਂ ਕਿ ਉਸ ਕੰਮ ਨੂੰ ਬੋਰਿੰਗ ਮੰਨ ਰਿਹਾ ਸੀਗਾ, ਆਪਣੇ ਫਰੈਂਡ ਨੂੰ ਉਹਨੇ ਕਿੱਦਾਂ ਐਕਸਪਲੇਨ ਕੀਤਾ ਕਿ ਮੈਂ ਕੰਮ ਮੈਨੂੰ ਬੋਰ ਨਹੀਂ ਲੱਗ ਰਿਹਾ, ਮੈਂ ਥੱਕ ਨਹੀਂ ਰਿਹਾ, ਮੈਨੂੰ ਤਾਂ ਇੰਜੋਏ ਲੱਗ ਰਿਹਾ, ਸਵਿਮਿੰਗ ਨਾਲੋਂ ਵੀ ਇੰਜੋਏ ਲੱਗ ਰਿਹਾ। ਨੈਕਸਟ ਦੇਖੋ, ਹੁਣ ਤੁਸੀਂ ਪਿਕਚਰ ਦੇ ਤਰੀਕੇ ਦੇਖ ਸਕਦੇ ਹੋ, ਜਿਹੜਾ ਟੋਮ ਹੈ ਉਹ ਬੈਠਾ ਹੋਇਆ ਆ, ਜਿਹੜਾ ਉਹਦਾ ਫਰੈਂਡ ਆ ਉਹ ਕੀ ਕਰ ਰਿਹਾ, ਪੇਂਟ ਕਰ ਰਿਹਾ। ਉਹ ਕਿੱਦਾਂ ਹੋਇਆ, ਓ ਨੋ ਆਈ ਹੈਵ ਪ੍ਰੋਮਿਸਡ ਆਂਟ ਪੋਲੀ ਦੈਟ ਆਈ ਵਿਲ ਡੂ ਇਟ ਮਾਈ ਸੈਲਫ। ਕਹਿੰਦਾ ਨਹੀਂ ਨਹੀਂ ਤੁਸੀਂ ਨਹੀਂ ਕਰ ਸਕਦੇ, ਮੈਂ ਆਪਣੀ ਆਂਟ ਪੋਲੀ ਨੂੰ ਪ੍ਰੋਮਿਸਡ ਕੀਤਾ ਆ, ਵਾਅਦਾ ਕੀਤਾ ਉਹਨਾਂ ਨਾਲ ਕਿ ਮੈਂ ਇਹ ਜਿਹੜਾ ਕੰਮ ਹੈ ਮੈਂ ਆਪਣੇ ਆਪ ਕਰੂੰਗਾ। ਸ਼ੀ ਵੋਂਟ ਟਰਸਟ ਐਨੀਵਨ ਐਲਸ ਟੂ ਡੂ ਇਟ। ਕਹਿੰਦਾ ਉਹ ਕਿਸੇ ਤੋਂ ਬਿਲੀਵ ਨਹੀਂ ਕਰਦੇ ਕਿ ਕੋਈ ਕੰਮ ਵਧੀਆ ਤਰੀਕੇ ਨਾਲ ਕਰੂਗਾ ਮੇਰੇ ਤੋਂ ਬਿਨਾਂ। ਸਿੱਧ ਵਾਂਟਡ ਟੂ ਡੂ ਇਟ ਬਟ ਸ਼ੀ ਵੁਡਨਟ ਅਲਾਉ ਹਿਮ। ਅਤੇ ਉਹਨੇ ਕਿਹਾ ਕਿ ਸਿੱਧ ਵੀ ਇਹ ਵਾਈਟ ਵਾਸ਼ ਵਾਲਾ ਕੰਮ ਕਰਨਾ ਚਾਹੁੰਦਾ ਸੀ, ਬਟ ਆਂਟ ਪੋਲੀ ਨੇ ਉਹਨੂੰ ਅਲਾਉ ਨਹੀਂ ਕੀਤਾ। ਆਈ ਸ਼ਲੰਟ ਮੇਕ ਅ ਮਿਸਟੇਕ, ਮੈਂ ਕੋਈ ਮਿਸਟੇਕ ਨਹੀਂ ਕਰਨਾ ਚਾਹੁੰਦਾ, ਅਗਰ ਮੇਰਾ ਕੰਮ ਵਧੀਆ ਤਰੀਕੇ ਨਾਲ ਨਹੀਂ ਹੋਏਗਾ ਤਾਂ ਆਂਟ ਪੋਲੀ ਮੈਨੂੰ ਡਾਂਟੇਗੀ। ਆਈ ਵਿਲ ਵੈਰੀ ਕੇਅਰਫੁਲ, ਮੈਨੂੰ ਬਹੁਤ ਕੇਅਰਫੁਲ ਰਹਿਣਾ ਪਏਗਾ। ਹੇਅਰ ਯੂ ਕੈਨ ਟੇਕ ਮਾਈ ਐਪਲ। ਠੀਕ ਹੈ, ਫਿਰ ਇਸ ਗੱਲਾਂ ਕਹਿਣ ਤੋਂ ਬਾਅਦ ਜਿਹੜਾ ਸੀਗਾ ਟੋਮ, ਇਹ ਗੱਲਾਂ ਸੁਣਨ ਤੋਂ ਬਾਅਦ ਬੈਨ ਨੇ ਟੋਮ ਨੂੰ ਕਿਹਾ ਕਿ ਮੈਂ ਕੋਈ ਮਿਸਟੇਕ ਨਹੀਂ ਕਰੂੰਗਾ, ਮੈਂ ਬਹੁਤ ਧਿਆਨ ਨਾਲ ਸਾਰਾ ਕੰਮ ਕਰੂੰਗਾ। ਬੈਨ ਨੇ ਕਿਹਾ ਹੇ ਯੂ ਕੈਨ ਟੇਕ ਮਾਈ ਐਪਲ, ਆ ਲਓ ਤੁਸੀਂ ਮੇਰਾ ਐਪਲ ਪਕੜੋ। ਟੋਮ ਨੂੰ ਕਿਹਾ ਇਫ ਯੂ ਲਾਈਕ, ਅਗਰ ਤੈਨੂੰ ਪਸੰਦ ਹੈ ਖਾਣਾ, ਪਲੀਜ਼ ਲੈਟ ਮੀ ਡੂ ਇਟ, ਪਲੀਜ਼ ਮੈਨੂੰ ਇਹ ਕੰਮ ਕਰਨ ਦਿਓ। ਠੀਕ ਹੈ ਠੀਕ ਹੈ। ਟੋਮ ਤੋਂ ਇਹ ਕਹਿਣ ਤੋਂ ਬਾਅਦ ਜਿਹੜਾ ਰੈੱਡ ਐਪਲ, ਜੂਸੀ ਐਪਲ ਬੈਨ ਈਟ ਕਰ ਰਿਹਾ ਸੀਗਾ, ਉਹ ਹੁਣ ਸਿੱਧ ਈਟ ਕਰ ਰਿਹਾ, ਟੋਮ ਈਟ ਕਰ ਰਿਹਾ ਬੈਠਾ ਹੋਇਆ। ਅਤੇ ਜਿਹੜਾ ਬੈਨ ਰੋਗਰ ਉਹਨੂੰ ਲੱਗਿਆ ਕਿ ਸ਼ਾਇਦ ਟੋਮ ਇੰਜੋਏ ਕਰ ਰਿਹਾ, ਤਾਂ ਮੈਂ ਵੀ ਇਹ ਇੰਜੋਏ ਕਰਨਾ ਚਾਹੁੰਦਾ। ਤਾਂ ਟੋਮ ਨੇ ਬੈਨ ਕੀ ਕਰ ਰਿਹਾ ਸੀਗਾ, ਵਾਈਟ ਵਾਸ਼ਿੰਗ ਨੂੰ ਪੇਂਟ ਕਰਨਾ ਸਟਾਰਟ ਕਰ ਦਿੱਤਾ। ਟੋਮ ਹੈਡ ਨਾਓ ਬੀਨ ਬਿਗਿਨਿੰਗ ਫੋਰ ਅ ਚਾਂਸ ਟੂ ਵਾਈਟ ਵਾਸ਼ ਦ ਫੈਂਸ। ਮਤਲਬ ਟੋਮ ਕੋਲ ਹੁਣ ਕੌਣ ਸੀਗਾ, ਵਿਨ ਸੀਗਾ, ਜਿਹੜਾ ਕਿ ਸਟਾਰਟ ਕਰ ਚੁੱਕਾ ਸੀ ਇਹ ਕੰਮ ਕਰਨ ਲਈ, ਵਾਈਟ ਵਾਸ਼ ਕਰਨ ਲਈ। ਸਲੋਲੀ ਐਂਡ ਅਨਵਿਲਿੰਗਲੀ, ਸਲੋਲੀ ਮਤਲਬ ਹੌਲੀ ਹੌਲੀ, ਅਤੇ ਵਿਦਾਊਟ ਅ ਡਿਜ਼ਾਇਰ, ਅਨਵਿਲਿੰਗਲੀ ਮਤਲਬ ਜਦੋਂ ਆਪਣੀ ਇੱਛਾ ਨਹੀਂ ਹੁੰਦੀ। ਟੋਮ ਹੈਂਡਡ ਦ ਬਰਸ਼ ਟੂ ਬੈਨ ਐਂਡ ਸੈਟ ਡਾਊਨ ਟੂ ਈਟ ਦ ਡਿਲੀਸ਼ੀਅਸ ਐਪਲ ਵਾਈਲ ਹਿਸ ਫਰੈਂਡ ਵਰਕਡ ਇਨ ਹੌਟ ਸਨ। ਠੀਕ ਹੈ, ਮਤਲਬ ਕਿ ਸਲੋਲੀ ਹੌਲੀ ਹੌਲੀ ਫਿਰ ਅਗਰ ਬੈਨ ਨੇ ਮਤਲਬ ਡਰਦੇ ਡਰਦੇ ਟੋਮ ਨੇ ਬੈਨ ਨੂੰ ਆਪਣਾ ਜਿਹੜਾ ਬਰਸ਼ ਸੀਗਾ ਉਹ ਪੇਂਟ ਵਾਲਾ ਬਰਸ਼ ਪਕੜਾ ਦਿੱਤਾ ਅਤੇ ਆਪ ਬੈਠ ਗਿਆ ਅਤੇ ਆਪਣਾ ਉਹਦਾ ਈਟ ਜਿਹੜਾ ਐਪਲ ਸੀਗਾ ਬੈਨ ਦਾ ਉਹ ਈਟ ਕਰਨਾ ਸਟਾਰਟ ਕਰ ਦਿੱਤਾ। ਹੇਅਰ ਯੂ ਕੈਨ ਸੀ ਇਨ ਦਿਸ ਪਿਕਚਰ, ਜਿਹੜਾ ਫਰੈਂਡ ਸੀ ਉਹਦਾ ਧੁੱਪ ਵਿੱਚ ਕੰਮ ਕਰ ਰਿਹਾ ਸੀਗਾ, ਟੋਮ ਇੰਜੋਏ ਕਰ ਰਿਹਾ ਸੀਗਾ ਬੈਠ ਕੇ, ਉਹਦਾ ਐਪਲ ਵੀ ਖਾ ਰਿਹਾ ਸੀਗਾ, ਜਿਹੜਾ ਬੈਨ ਸੀਗਾ ਉਹ ਕੰਮ ਕਰ ਰਿਹਾ ਸੀਗਾ ਇੰਨੀ ਗਰਮੀ ਦੇ ਵਿੱਚ। ਸੂਨ ਅਦਰ ਬੋਇਜ਼ ਕੇਮ ਅਲੋਂਗ ਵਿਦ ਦੇਅਰ ਆਫਰਿੰਗ। ਸੋ ਮਤਲਬ ਹੌਲੀ ਹੌਲੀ ਬੈਨ ਤੋਂ ਇਲਾਵਾ ਹੋਰ ਬੱਚੇ ਆਉਣੇ ਸਟਾਰਟ ਹੋ ਗਏ। ਜਿੱਦਾਂ ਬੈਨ ਨੇ ਟੋਮ ਨੂੰ ਮਤਲਬ ਕਿ ਆਪਣਾ ਐਪਲ ਜਿਹੜਾ ਸੀਗਾ ਉਹ ਔਫਰ ਕੀਤਾ, ਐਪਲ ਦਿੱਤਾ ਟੋਮ ਨੂੰ, ਉਹਦੇ ਬਦਲੇ ਵਾਈਟ ਵਾਸ਼ ਕਰਨਾ ਸਟਾਰਟ ਕਰ ਦਿੱਤਾ, ਉੱਦਾਂ ਹੀ ਬਾਕੀ ਸਾਰੇ ਫਰੈਂਡਸ ਨੇ ਵੀ ਆਪਣੀਆਂ ਆਪਣੀਆਂ ਚੀਜ਼ਾਂ ਮਤਲਬ ਕਿ ਟੋਮ ਨੂੰ ਦਿੱਤੀਆਂ ਅਤੇ ਉਹਦੇ ਬਦਲੇ ਵਿੱਚ ਕੰਮ ਕਰਨ ਲਈ ਵਾਈਟ ਵਾਸ਼ ਕਰਨ ਲਈ ਕਿਹਾ। ਕਿਉਂਕਿ ਟੋਮ ਨੇ ਬੇਟਾ ਕਲੈਵਰ ਆਈਡੀਆ ਉਹਦੇ ਮਨ ਦੇ ਵਿੱਚ ਕੀ ਸੀਗਾ, ਉਹਨਾਂ ਨੇ ਟੋਮ ਨੇ ਆਪਣੇ ਫਰੈਂਡਸ ਨੂੰ ਇਹ ਦਿਖਾਇਆ ਕਿ ਮਤਲਬ ਜਿਹੜਾ ਮੈਂ ਕੰਮ ਕਰ ਰਿਹਾ ਹਾਂ ਉਹ ਬਹੁਤ ਇੰਜੋਏਮੈਂਟ ਵਾਲਾ ਕੰਮ ਹੈ। ਠੀਕ ਆ, ਇੰਟਰਸਟਿੰਗ ਕੰਮ ਹੈ। ਤਾਂ ਓਬਵੀਅਸਲੀ ਜਿਹੜੇ ਉਹਦੇ ਬਾਕੀ ਫਰੈਂਡ ਸੀ ਉਹ ਵੀ ਇਹ ਇੰਜੋਏ ਲੈਣਾ ਚਾਹੁੰਦੇ ਸੀ, ਇੰਟਰਸਟਿੰਗ ਕੰਮ ਕਰਨਾ ਚਾਹੁੰਦੇ ਸੀ। ਤਾਂ ਉਹਨਾਂ ਕੋਲ ਜਿਹੜੀਆਂ ਵੀ ਚੀਜ਼ਾਂ ਸੀਗੀਆਂ ਉਹਨਾਂ ਨੇ ਟੋਮ ਨੂੰ ਦਿੱਤੀਆਂ, ਉਹਦੇ ਬਦਲੇ ਵਿੱਚ ਵਾਈਟ ਵਾਸ਼ ਕਰਨ ਲਈ ਕਿਹਾ। Before the afternoon was over, the fence had 3 coats of whitewash on it. ਠੀਕ ਆ,
ਦੁਪਹਿਰ ਤੋਂ ਪਹਿਲਾਂ ਹੀ ਜਦੋਂ ਖਤਮ ਹੋਣ ਵਾਲੀ ਸੀਗੀ, ਦੁਪਹਿਰ ਓਵਰ ਹੋ ਚੁੱਕੀ ਸੀ, ਜਿਹੜੀ ਫੈਂਸ ਸੀ, ਜਿਹੜੀ ਬਾਊਂਡਰੀ ਸੀ, ਜਿਹੜੀ ਆਹ ਵਾਲੀ ਆਪਾਂ ਬਾਊਂਡਰੀ ਦੀ ਗੱਲ ਕਰ ਰਹੇ ਸੀ, ਇਹ ਪੂਰੀ ਵਾਈਟ ਵਾਸ਼ ਹੋ ਚੁੱਕੀ ਸੀ, 3 ਕੋਟਡ ਹੋ ਚੁੱਕੀ ਸੀ, 3 ਵਾਰ ਪੇਂਟ ਹੋ ਚੁੱਕਿਆ ਸੀ ਉਹਦੇ ਉੱਪਰ ਵਾਈਟ ਵਾਸ਼। ਪਹਿਲਾਂ ਸੋਚੋ ਤੁਸੀਂ, ਦੇਖੋ ਜਿਹੜੀ ਵਾਈਟ ਵਾਸ਼ ਟੌਮ ਸੋਚ ਰਿਹਾ ਸੀਗਾ ਕਿ ਮੈਂ ਇੱਕ ਦਿਨ ਜਾਂ ਇੱਕ ਹੋਲ ਡੇ ਲਾ ਕੇ, ਇੱਕ ਨਾਈਟ ਲਾ ਕੇ ਵੀ ਕੰਪਲੀਟ ਨਹੀਂ ਕਰ ਪਾ ਰਿਹਾ, ਉਹਨੇ ਕਿੰਨੇ ਵਧੀਆ ਤਰੀਕੇ ਨਾਲ, ਕਿੰਨੇ ਕਲੈਵਰ ਆਈਡੀਏ ਨਾਲ ਉਸ ਨੂੰ ਮਤਲਬ ਕਿ ਵਾਈਟ ਵਾਸ਼ ਵੀ ਕਰਵਾ ਲਿਆ, 3 ਕੋਟਡ ਵੀ ਹੋ ਗਏ, ਅਤੇ ਉਹਨੇ ਆਪ ਵੀ ਇੰਨਾ ਹਾਰਡ ਵਰਕ ਨਹੀਂ ਕੀਤਾ, ਠੀਕ ਹੈ, ਆਪਣੇ ਫਰੈਂਡਸ ਤੋਂ ਕੰਮ ਕਰਵਾ ਲਿਆ। Tom was the owner of 12 marbles and tin shoals and a key, a dog's collar and a handle of a knife and 4 segment of an orange। ਇਹ ਜਿਹੜੇ ਸਾਰੀਆਂ ਬੇਟਾ ਜਿਹੜੀਆਂ ਥਿੰਗਸ ਸੀਗੀਆਂ, ਇਹ ਸਾਰੀਆਂ ਥਿੰਗਸ ਉਹ ਟੌਮ ਦੇ ਫਰੈਂਡਸ ਕੋਲ ਸੀਗੀਆਂ, ਜਿਹੜੀਆਂ ਟੌਮ ਦੇ ਫਰੈਂਡਸ ਨੇ ਮਤਲਬ ਕਿ ਟੌਮ ਨੂੰ ਦਿੱਤੀਆਂ। ਉਹਦੇ ਬਟੇ ਵਿੱਚ ਉਹਨਾਂ ਨੇ ਕੀ ਕੀਤਾ, ਵਾਈਟ ਵਾਸ਼ ਕੀਤਾ, ਜਿਵੇਂ ਡੌਗਸ ਕਾਲਰ ਹੋ ਗਿਆ, ਹੈਂਡਲ ਆਫ ਅ ਨਾਈਫ ਹੋ ਗਿਆ, 4 ਪੀਸ ਸੈਗਮੈਂਟ ਮਤਲਬ ਪੀਸਿਸ ਆਫ ਔਰੇਂਜ, ਠੀਕ ਹੈ। ਜਿਹੜੀ ਵੀ ਚੀਜ਼ਾਂ ਉਹ ਖਾ ਰਹੇ ਸੀ, ਉਹ ਟੌਮ ਨੂੰ ਦੇਈ ਜਾ ਰਹੇ ਸੀਗੇ। ਟੌਮ ਕੋਲ ਸਾਰੀਆਂ ਚੀਜ਼ਾਂ ਸੀਗੀਆਂ, ਉਹ 12 ਮਾਰਬਲ ਸੀਗੀਆਂ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਟੌਮ ਕੋਲ ਸੀਗੀਆਂ, ਤਾਂ ਟੌਮ ਦੇ ਫਰੈਂਡਸ ਕੀ ਕਰ ਰਹੇ ਸੀ, ਵਾਈਟ ਵਾਸ਼ ਕਰ ਰਹੇ ਸੀ, ਜਿਹੜੀ ਫਰੈਂਡਸ ਨੂੰ ਵਾਈਟ ਵਾਸ਼ ਕਰ ਰਹੇ ਸੀਗੇ। ਸੈਗਮੈਂਟਸ ਮਤਲਬ ਪੀਸਿਸ ਆਫ orange. He had cleverly got what he wanted by pretending to enjoy the work he was doing, ਠੀਕ ਹੈ। ਸੇਮ ਥਿੰਗ ਮੈਂ ਰਿਪੀਟ ਕਰ ਚੁੱਕੀ ਹਾਂ। ਉਹਨੇ ਮਤਲਬ ਬੜੀ ਹੀ ਚਲਾਕੀ ਨਾਲ ਦਿਖਾਵਾ ਕਰਕੇ ਕਿ ਮੈਂ ਆਪਣੇ ਕੰਮ ਨੂੰ ਬਹੁਤ ਇੰਜੋਏ ਕਰ ਰਿਹਾ, ਉਸ ਕੰਮ ਨੂੰ ਫਟਾਫਟ ਸਭ ਤੋਂ ਕਰਵਾ ਲਿਆ। Needless to say, Aunt Polly was delighted to see the fence looking so spotlessly white। ਮਤਲਬ ਕਿ ਆਂਟ ਪੋਲੀ ਨੇ ਟੌਮ ਨੂੰ ਕਿਹਾ ਸੀ ਕਿ ਮੈਨੂੰ ਮੇਰੀ ਜਿਹੜੀ ਫੈਂਸ ਆ ਉਹ ਪੂਰੀ ਪਲੇਨ ਸਪੋਟਲੈਸਲੀ ਵਾਈਟ ਚਾਹੀਦੀ ਆ। ਸਪੋਟਲੈਸਲੀ ਵਾਈਟ ਮਤਲਬ ਜਿਹਦੇ ਉੱਤੇ ਕੋਈ ਵੀ ਦਾਗ ਨਾ ਹੋਵੇ, ਪ੍ਰੋਪਰ ਵਾਈਟ। ਜਦੋਂ ਆਂਟ ਪੋਲੀ ਨੇ ਦੇਖਿਆ ਕਿ ਟੌਮ ਨੇ ਤਾਂ ਇੰਨੇ ਵਧੀਆ ਤਰੀਕੇ ਨਾਲ ਕੰਮ ਕੀਤਾ ਆ, ਕੋਈ ਵੀ ਦਾਗ ਨਹੀਂ ਹੈ, ਪੂਰੀ ਫੈਂਸ ਵਾਈਟ ਪੇਂਟ ਹੋ ਚੁੱਕੀ ਸੀ, ਤਾਂ ਡਿਲਾਈਟਡ ਮਤਲਬ ਹੈਪੀ ਹੋਏ। ਮਤਲਬ ਜਿਹੜੀ ਆਂਟ ਪੋਲੀ ਸੀ ਉਹ ਇਸ ਕੰਮ ਨੂੰ ਦੇਖ ਕੇ ਬਹੁਤ ਖੁਸ਼ ਹੋਏ ਕਿ ਜਿਹੜੇ ਟੌਮ ਨੇ ਇੰਨਾ ਵਧੀਆ ਪੇਂਟ ਕੀਤਾ ਹੈ, ਸਪੋਟਲੈਸਲੀ ਵਾਈਟ, ਵਿਦਾਊਟ ਐਨੀ ਸਪੋਟ, ਬਿਨਾਂ ਕਿਸੇ ਦਾਗ ਤੋਂ। She couldn't believe Tom had whitewashed the fence all by himself, ਠੀਕ ਹੈ। ਮਤਲਬ ਉਹਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਇਹ ਸਾਰਾ ਕੰਮ ਟੌਮ ਨੇ ਕੀਤਾ ਹੈ ਆਪਣੇ ਆਪ। ਮਤਲਬ ਟੌਮ ਨੇ ਇੰਨਾ ਵਧੀਆ ਕੰਮ ਕਰ ਦਿੱਤਾ, ਉਹ ਵੀ ਇੱਕ ਮਤਲਬ ਈਵਨਿੰਗ ਓਵਰ ਹੋਣ ਤੋਂ ਬਾਅਦ ਤੱਕ ਕਰ ਦਿੱਤਾ, ਪੂਰਾ ਦਿਨ ਵੀ ਨਹੀਂ ਲਿਆ, ਰਾਤ ਵੀ ਨਹੀਂ ਲਈ, ਠੀਕ ਹੈ। ਉਹ ਇੱਕ ਥੋੜ੍ਹਾ ਜਿਹਾ ਟਾਈਮ ਦੇ ਵਿੱਚ ਉਹਨੇ ਪੂਰਾ ਖਤਮ ਕਰ ਦਿੱਤਾ। She gave him a big apple to eat, ਠੀਕ ਹੈ। ਖੁਸ਼ੀ ਇੱਕ ਮਤਲਬ ਟੌਮ ਦਾ ਕੰਮ ਦੇਖ ਕੇ ਉਹਨੇ ਕੀ ਕੀਤਾ, ਆਂਟ ਪੋਲੀ ਨੇ ਕੀ ਕੀਤਾ, ਉਹਨਾਂ ਨੇ ਟੌਮ ਨੂੰ ਇੱਕ ਬਿਗ ਐਪਲ ਦਿੱਤਾ ਈਟ ਕਰਨ ਲਈ। ਮਤਲਬ ਟੌਮ ਤੋਂ ਖੁਸ਼ ਹੋ ਗਏ, ਠੀਕ ਹੈ। ਉਹ ਟੌਮ ਤੋਂ ਖੁਸ਼ ਹੋ ਗਏ ਸੀਗੇ ਕਿ ਟੌਮ ਨੇ ਇੰਨਾ ਸੋਹਣਾ ਕੰਮ ਕੀਤਾ। ਬਟ ਕੰਮ ਕਿਹਨੇ ਕੀਤਾ ਸੀਗਾ, ਟੌਮ ਨੇ ਬੜੀ ਕਲੈਵਰਲੀ ਨਾਲ ਆਪਣੇ ਫਰੈਂਡਸ ਤੋਂ ਹੀ ਸਾਰੀ ਵਾਈਟ ਵਾਸ਼ਿੰਗ ਕਰਵਾਈ ਸੀ। ਬੇਟਾ ਅਡੈਪਟਡ ਫਰੋਮ ਦੀ ਐਡਵੈਂਚਰਸ ਆਫ ਟੌਮ ਸੋਇਰ ਬਾਈ ਮਾਰਕ ਟਵੇਨ। ਮਾਰਕ ਟਵੇਨ ਦਾ ਰਾਈਟਰ ਹੈ, ਠੀਕ ਹੈ, ਤੁਸੀਂ ਦੇਖ ਲੈਣਾ। ਇਹਦਾ ਮਾਰਕ ਟਵੇਨ ਹੈ, ਉਹ ਇਸ ਜਿਹੜੀ ਆਪਾਂ ਸਟੋਰੀ ਰੀਡ ਕੀਤੀ ਉਹਦਾ ਰਾਈਟਰ ਹੈ। ਅਤੇ ਜਿਹੜੀ ਇਹ ਥੋੜ੍ਹੇ ਜਿਹੇ ਪਾਰਟ ਹੈ ਬੇਟਾ, ਇਹ ਅਡੈਪਟਡ ਹੋਇਆ ਹੈ, ਮਤਲਬ ਛੋਟਾ ਜਿਹਾ ਪੀਸ ਸੀਗਾ ਜਿਹੜੀ ਸਟੋਰੀ ਆਪਾਂ ਰੀਡ ਕੀਤੀ ਹੈ। ਅਡੈਪਟਡ ਫਰੋਮ ਦਾ, ਅਡੈਪਟ ਮਤਲਬ ਲਿਆ ਹੋਇਆ, ਐਡਵੈਂਚਰਸ ਆਫ ਟੌਮ ਸੋਇਰ। ਟੌਮ ਸੋਇਰ ਦੀ ਮਤਲਬ ਕਿ ਇੱਕ ਬੁੱਕ ਹੈ ਜਿਹਦੇ ਵਿੱਚ ਸਾਰੀਆਂ ਮਤਲਬ ਕਿ ਐਡਵੈਂਚਰਸ ਜਿਹੜੇ ਵੀ ਕੰਮ ਉਹ ਕਰਦਾ ਹੁੰਦਾ ਸੀਗਾ, ਉਹਦੇ ਵਿੱਚ ਛੋਟਾ ਜਿਹਾ ਇੱਕ ਪਾਰਟ ਹੈ ਜਿਹੜਾ ਮਾਰਕ ਟਵੇਨ ਨੇ ਲਿਖਿਆ ਹੈ। ਤਾਂ here we complete our lesson. I hope you all liked it very much। ਬੇਟਾ ਤੁਸੀਂ ਕੀ ਕਰਨਾ ਹੈ, ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪਲੀਜ਼ ਆਪਣੇ ਚੈਪਟਰ ਨੂੰ ਆਪਣੇ ਧਿਆਨ ਨਾਲ ਪੜ੍ਹਨਾ ਹੈ, ਅਤੇ ਜਿਹੜੇ ਡਿਫੀਕਲਟਸ ਮੈਂ ਤੁਹਾਨੂੰ ਵਰਡਸ ਤੁਹਾਨੂੰ ਸੈਂਡ ਕਰੂੰਗੀ, ਤੁਸੀਂ ਉਹਨੂੰ ਆਪਣੀ ਨੋਟਬੁੱਕ ਉੱਪਰ ਰਾਈਟ ਵੀ ਕਰਨਾ ਹੈ। ਬਟ ਬਿਫੋਰ ਤੁਹਾਨੂੰ ਚੈਪਟਰ ਦੀ ਰੀਡਿੰਗ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਤੁਸੀਂ ਹਰੇਕ ਜਿਹੜਾ ਲੌਂਗ ਵਰਡ ਹੈ ਉਹਨੂੰ ਥੋੜ੍ਹਾ ਪੀਸਿਸ ਦੇ ਵਿੱਚ ਡਿਵਾਈਡ ਕਰਕੇ ਬੋਲ ਸਕਦੇ ਹੋ। ਅਗਰ ਤੁਹਾਨੂੰ ਰੀਡਿੰਗ ਆ ਜਾਏਗੀ ਤਾਂ ਤੁਹਾਨੂੰ ਚੈਪਟਰ ਵੀ ਪੜ੍ਹਨਾ ਆ ਜਾਏਗਾ। ਅਗਰ ਚੈਪਟਰ ਪੜ੍ਹਨਾ ਆ ਗਿਆ ਇੱਕ ਵਾਰ ਤਾਂ ਤੁਹਾਨੂੰ ਚੈਪਟਰ ਦੀ ਸਮਝ ਵੀ ਆ ਜਾਏਗੀ। ਤਾਂ ਪਲੀਜ਼ ਇਸ ਚੈਪਟਰ ਨੂੰ ਇੱਕ ਵਾਰ ਜ਼ਰੂਰ ਰੀਡ ਕਰਿਓ। ਜਿਹੜੇ ਡਿਫੀਕਲਟ ਵਰਡਸ ਨੇ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ, ਠੀਕ ਹੈ। ਅਗਰ ਨਹੀਂ ਤੁਹਾਨੂੰ ਕੁਛ ਕਲੀਅਰ ਹੋਇਆ, ਨਹੀਂ ਸਟੋਰੀ ਸਮਝ ਆਈ, ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਬਟ ਆਈ ਹੋਪ ਕਿ ਤੁਹਾਨੂੰ ਇਹ ਸਟੋਰੀ ਪ੍ਰੋਪਰਲੀ ਸਮਝ ਆਈ ਹੋਏਗੀ। ਸਾਨੂੰ ਕੀ ਮਤਲਬ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਜੋ ਵੀ ਅਸੀਂ ਕੰਮ ਕਰ ਰਹੇ ਹਾਂ ਉਹਨੂੰ ਬੜੀ ਇੰਟਰਸਟਿੰਗ ਦੇ ਤਰੀਕੇ ਨਾਲ ਕਰਨਾ ਚਾਹੀਦਾ ਹੈ। ਸਾਨੂੰ ਬੋਰ ਵੀ ਨਹੀਂ ਲੱਗੇਗਾ, ਉਹ ਕੰਮ ਵੀ ਜਲਦੀ ਤਰੀਕੇ ਨਾਲ ਹੋ ਜਾਏਗਾ। ਜਿੱਦਾਂ ਟੌਮ ਨੇ ਮਤਲਬ ਸਮਾਰਟਲੀ ਆਪਣੇ ਫਰੈਂਡਸ ਤੋਂ ਕੰਮ ਕਰਵਾ ਲਿਆ, ਠੀਕ ਹੈ। ਇਹ ਚਲੋ ਕੰਮ ਤਾਂ ਉਹਨੇ ਕਰਵਾ ਲਿਆ, ਬਟ ਆਪਾਂ ਸਾਨੂੰ ਆਪਣੇ ਇੱਦਾਂ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਆਪਣੇ ਕੰਮ ਨੂੰ ਵਧੀਆ ਤਰੀਕੇ ਨਾਲ ਕਰ ਰਹੇ ਹਾਂ, ਠੀਕ ਹੈ। ਜਿੰਨਾ ਇੰਜੋਏਮੈਂਟ ਨਾਲ ਉਹਦੇ ਫਰੈਂਡਸ ਨੇ ਕੰਮ ਕੀਤਾ, ਅਗਰ ਟੌਮ ਇੰਨਾ ਇੰਜੋਏਮੈਂਟ ਨਾਲ ਕੰਮ ਕਰਦਾ ਤਾਂ ਹੋ ਸਕਦਾ ਇਕੱਲਾ ਹੀ ਉਹ ਫਰੈਂਡਸ ਕੰਪਲੀਟ ਕਰ ਲੈਂਦਾ। So this is all about our story. Thanks.